ਅੱਜ ਅੰਮ੍ਰਿਤ ਵੇਲੇ ਗੁਰਦੇਵ ਪਿਤਾ ਜੀ ਨੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਜੈਤਸਰੀ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 700 ਤੇ ਅੰਕਿਤ ਹੈ। ਇਸ ਪਾਵਨ ਸ਼ਬਦ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਇਸ ਜਗਤ ਦੇ ਅੰਦਰ ਸੱਚਾ ਮਿੱਤਰ ਕੌਣ ਹੈ। ਮਿੱਤਰ ਅਨੇਕਾਂ ਨੇ ਮਨੁੱਖ ਦੇ, ਲੇਕਿਨ ਅਸਲ ਦੇ ਅੰਦਰ ਸੱਚਾ ਮਿੱਤਰ ਮਨੁੱਖ ਦਾ ਕੌਣ ਹੋ ਸਕਦਾ ਹੈ ਔਰ ਕਿਹਨੂੰ ਅਸੀਂ ਸੱਚਾ ਮਿੱਤਰ ਸਮਝੀਏ। ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਵੀ ਕੀਤਾ ਨਾ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਸ ਸੰਸਾਰ ਅੰਦਰ ਪ੍ਰੀਤ, ਪਿਆਰ, ਮਿੱਤਰਤਾ ਝੂਠੀ ਵੀ ਹੋ ਸਕਦੀ ਹੈ ਔਰ ਪ੍ਰੇਮ, ਪਿਆਰ, ਮਿੱਤਰਤਾ ਸੱਚੀ ਵੀ ਹੋ ਸਕਦੀ ਹੈ। ਇਸ ਲਈ ਜ਼ਰੂਰਤ ਹੈ ਸੱਚੇ ਮਿੱਤਰਾਂ ਦੀ, ਸੱਚੇ ਰਿਸ਼ਤੇਦਾਰਾਂ ਦੀ, ਜੋ ਮਨੁੱਖ ਦਾ ਸਾਥ ਦੇ ਸਕਣ, ਜੋ ਮਨੁੱਖ ਨੂੰ ਚੰਗੇ ਰਾਹ 'ਤੇ ਤੋਰ ਸਕਣ, ਮਨੁੱਖ ਦੀ ਸੋਚ ਦੇ ਅੰਦਰ ਵਿਸ਼ਾਲਤਾ ਲਿਆ ਸਕਣ ਔਰ ਮਨੁੱਖ ਦੇ ਸੁੱਖ ਦੁੱਖ ਦੇ ਭਾਈਵਾਲ ਹੋਣ। ਆਓ ਬੜੇ ਪਿਆਰ ਨਾਲ ਵਿਚਾਰ ਕਰਨ ਦਾ ਯਤਨ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਰਾਹੀਂ ਸੰਸਾਰ ਦੀ ਉਤਪਤੀ, ਲੈਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ, ਜੋ ਇਹ ਸਾਰੇ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ, ਜਿਸ ਇੱਕ ਦਾ ਹੀ ਇਹ ਸਾਰਾ ਪਸਾਰਾ ਹੈ, ਹਰ ਥਾਂ ਦੇ ਉੱਤੇ ਉਹ ਵਿਆਪਕ ਹੈ। ਐਸਾ ਪ੍ਰਭੂ ਸਤ ਹੈ, ਸदैव ਹੈ, ਉਹਦਾ ਕਦੇ ਵਿਨਾਸ਼ ਨਹੀਂ ਹੋਣਾ। ਤੇ ਐਸੇ ਮਾਲਕ ਦੇ ਨਾਲ ਨਾਤਾ ਕਿਵੇਂ ਬਣਦਾ ਹੈ, ਐਸੇ ਪ੍ਰਭੂ ਦੇ ਅੰਦਰ ਸਮਾਇਆ ਕਿਵੇਂ ਜਾਂਦਾ ਹੈ, ਉਹਦੇ ਨਾਲ ਜਾਣ ਪਹਿਚਾਨ ਕਿਵੇਂ ਆਉਂਦੀ ਹੈ, ਸਮਝ ਕਿਵੇਂ ਪੈਂਦੀ ਹੈ। ਗੁਰੂ ਜੀ ਕਹਿੰਦੇ ਹਨ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਤੇ ਗੁਰੂ ਦੀ ਕਿਰਪਾ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਅੰਦਰ ਸਮਾ ਸਕਦੇ ਹਾਂ, ਉਸ ਨੂੰ ਹਰ ਥਾਂ 'ਤੇ ਵਸਦਿਆਂ ਵੇਖ ਸਕਦੇ ਹਾਂ। ਸਾਨੂੰ ਇਹ ਸਮਝ ਆ ਸਕਦੀ ਹੈ ਕਿ ਉਹ ਮਾਲਕ ਇੱਕ ਜ਼ਿੰਦਗੀ ਦਾ ਦਰਿਆ ਹੈ ਤੇ ਇਹ ਸੰਸਾਰ ਔਰ ਸੰਸਾਰ ਦੇ ਜੀਵ ਜੰਤ, ਖੰਡ ਮੰਡਲ ਆਦਿਕ, ਇਹ ਸਭ ਉਹਦੀਆਂ ਲਹਿਰਾਂ ਔਰ ਉਹਦੇ ਬੁਲਬੁਲੇ ਨੇ, ਉਸ ਤੋਂ ਵੱਖਰਾ ਕੁਛ ਵੀ ਨਹੀਂ ਹੈ। ਇਹ ਸਮਝ ਗੁਰੂ ਗਿਆਨ ਰਾਹੀਂ ਆਏਗੀ। ਅਗਲਾ ਬਚਨ ਗੁਰਦੇਵ ਕਰਦੇ ਹਨ, ਕੋਈ ਜਾਣੈ ਕਵਨ ਇਹਾਂ ਜਗ ਮੀਤ। ਕੋਈ ਵਿਰਲਾ ਮਨੁੱਖ ਸਮਝਦਾ ਹੈ ਕਿ ਇਸ ਜਗਤ ਦੇ ਅੰਦਰ ਅਸਲੀ ਸੱਚਾ ਮਿੱਤਰ ਕੌਣ ਹੈ, ਅਸਲੀ ਸੱਚਾ ਮਿੱਤਰ ਕੌਣ ਹੈ। ਕੋਈ ਵਿਰਲਾ ਸਮਝਦਾ ਹੈ। ਅਸੀਂ ਦੇਖਦੇ ਹਾਂ ਦੁਨੀਆ ਦੇ ਅੰਦਰ ਮਿੱਤਰਤਾ ਹੈ ਤੇ ਬਹੁਤ ਸਾਰੇ ਮਿੱਤਰ ਹੀ ਦੂਜੇ ਮਿੱਤਰ ਦੇ ਨਾਲ ਧੋਖਾ ਕਰ ਦਿੰਦੇ ਨੇ, ਵਿਸ਼ਵਾਸਘਾਤ ਕਰ ਦਿੰਦੇ ਨੇ। ਬਹੁਤ ਸਾਰੇ ਐਸੇ ਕੇਸ ਅਸੀਂ ਸੁਣਦੇ ਹਾਂ, ਤੁਸੀਂ ਸੁਣਦੇ ਹੋ, ਜਦੋਂ ਕੋਈ ਸੱਜਣ ਇਹ ਕਹਿੰਦਾ ਹੈ ਕਿ ਫਲਾਂ ਬੰਦਾ ਮੇਰਾ ਬੜਾ ਚੰਗਾ ਮਿੱਤਰ ਸੀ, ਲੇਕਿਨ ਮਿੱਤਰ ਬਣ ਕੇ ਉਸਨੇ ਬਹੁਤ ਵੱਡਾ ਵਿਸ਼ਵਾਸਘਾਤ ਕੀਤਾ ਹੈ। ਅਸੀਂ ਇਕੱਠੀ ਫੈਕਟਰੀ ਲਗਾਈ ਸੀ, ਲੇਕਿਨ ਉਹ ਸਾਰੇ ਦਾ ਸਾਰਾ ਪੈਸਾ ਹੜਪ ਕਰ ਗਿਆ। ਜਾਂ ਕਿਸੇ ਮਿੱਤਰ ਨੇ ਪੈਸੇ ਲਏ, ਉਹਨੇ ਮੈਨੂੰ ਵਾਪਸ ਨਹੀਂ ਦਿੱਤੇ, ਜਾਂ ਕਿਸੇ ਹੋਰ ਕਿਸਮ ਦਾ ਧੋਖਾ ਕੀਤਾ। ਇਹੋ ਜਿਹੀਆਂ ਗੱਲਾਂ ਅਸੀਂ ਆਮ ਸੁਣਦੇ ਰਹਿੰਦੇ ਹਾਂ। ਤਾਂ ਇਹਦਾ ਮਤਲਬ ਉਹ ਮਿੱਤਰ ਸੱਚੇ ਨਹੀਂ ਹਨ, ਉਹਨਾਂ ਨੂੰ ਸੱਚੇ ਮਿੱਤਰ ਕਿਹਾ ਨਹੀਂ ਜਾ ਸਕਦਾ। ਤਾਂ ਗੁਰੂ ਜੀ ਕਹਿੰਦੇ ਨੇ ਕੋਈ ਵਿਰਲਾ ਮਨੁੱਖ ਸਮਝਦਾ ਹੈ ਇਸ ਜਗਤ ਦੇ ਅੰਦਰ ਸੱਚਾ ਮਿੱਤਰ ਕੌਣ ਹੈ। ਜਿਵੇਂ ਮੈਂ ਪਹਿਲਾਂ ਵੀ ਇੱਕ ਵਾਰ ਬੇਨਤੀ ਕੀਤੀ ਸੀ, ਪ੍ਰੇਮ ਦੀਆਂ 3-4 ਨਿਸ਼ਾਨੀਆਂ ਨੇ। ਪ੍ਰੇਮ ਦੇ ਅੰਦਰ ਲਾਲਚ ਔਰ ਸਵਾਰਥ ਨਹੀਂ ਹੁੰਦਾ, ਪ੍ਰੇਮ ਦੇ ਅੰਦਰ ਈਗੋ ਨਹੀਂ ਹੁੰਦੀ। ਜਿੱਥੇ ਪਰਸਪਰ ਪ੍ਰੇਮ ਔਰ ਇਤਫਾਕ ਹੈ, ਉੱਥੇ ਕੁਛ ਲੁਕਾ ਛਿਪਾ ਨਹੀਂ ਹੁੰਦਾ ਔਰ ਉੱਥੇ ਹਮੇਸ਼ਾ ਤਿਆਗ ਦੀ ਭਾਵਨਾ ਹੁੰਦੀ ਹੈ ਦੂਜੇ ਵਾਸਤੇ,
ਜਿੱਥੇ ਇਹ 4-5 ਗੁਣ ਨੇ ਉੱਥੇ ਸੱਚੀ ਮਿੱਤਰਤਾ ਹੈ। ਔਰ ਪ੍ਰੇਮ ਦੀ ਪਰਿਭਾਸ਼ਾ ਵੀ ਕੁਛ ਇਸ ਤਰ੍ਹਾਂ ਦੀ ਹੈ ਕਿ ਨਿਸਵਾਰਥ ਔਰ ਸ਼ੁਭ ਭਾਵਨਾਵਾਂ ਦੇ ਨਾਲ ਕੀਤੇ ਹੋਏ ਆਤਮ ਸਮਰਪਣ ਦਾ ਨਾਮ ਪ੍ਰੇਮ ਹੈ। ਜਿੱਥੇ ਭਾਵਨਾਵਾਂ ਸ਼ੁਭ ਨਹੀਂ, ਜਿੱਥੇ ਭਾਵਨਾਵਾਂ ਨਿਸ਼ਕਾਮ ਨਹੀਂ, ਉੱਥੇ ਮਿੱਤਰਤਾ ਨਿਭੇਗੀ ਨਹੀਂ। ਗੁਰਦੇਵ ਨੇ ਬਚਨ ਕੀਤਾ ਹੈ, ਜਾਂ ਲੱਭ ਤਾਂ ਨਹੀਂ ਕਿਆ, ਲੱਭ ਤਾਂ ਕੂੜਾ ਨਹੀਂ, ਕਿਚਰ ਝੱਤ ਲੰਘਾਈ ਹੈ, ਛੱਪਰ ਟੁੱਟੇ ਮਹਿ। ਹੁਣ ਸੱਚੀ ਮਿੱਤਰਤਾ ਕੀ ਹੈ? ਕੌਣ ਹੈ ਸੱਚਾ ਮਿੱਤਰ? ਇਹਨੂੰ ਕੌਣ ਸਮਝਦਾ ਹੈ? ਗੁਰੂ ਜੀ ਕਹਿੰਦੇ ਹਨ, ਜਿਸ ਹੋਏ ਕਿਰਪਾਲ ਸੋਈ ਬਿਧ ਬੂਝੈ। ਜਿਸ ਮਨੁੱਖ ਉੱਤੇ ਮਾਲਕ ਦਇਆਵਾਨ ਹੁੰਦਾ ਹੈ, ਉਹ ਮਨੁੱਖ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਸੱਚਾ ਮਿੱਤਰ ਕੌਣ ਹੈ। ਤੇ ਫਿਰ ਉਹਨੂੰ ਕਿਸ ਚੀਜ਼ ਦੀ ਸਮਝ ਆਉਂਦੀ ਹੈ? ਗੁਰੂ ਜੀ ਕਹਿੰਦੇ ਨੇ, ਤਾਂ ਕਿ ਨਿਰਮਲ ਰੀਤ ਉਸ ਮਨੁੱਖ ਦੀ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ। ਉਸ ਮਨੁੱਖ ਦੀ ਜੀਵਨ ਜੁਗਤ ਪਵਿੱਤਰ ਹੋ ਜਾਂਦੀ ਹੈ ਜੋ ਇਸ ਚੀਜ਼ ਨੂੰ ਸਮਝ ਲੈਂਦਾ ਹੈ ਕਿ ਸੱਚਾ ਮਿੱਤਰ ਕੌਣ ਹੈ। ਇਹਦਾ ਮਤਲਬ ਸਾਡੇ ਸਭ ਤੋਂ ਚੰਗੇ ਮਿੱਤਰ ਸਾਡੇ ਕਰਮ ਨੇ। ਸਾਡਾ ਸਭ ਤੋਂ ਚੰਗਾ ਮਿੱਤਰ ਜਾਂ ਦੁਸ਼ਮਣ ਸਾਡੇ ਜੀਵਨ ਦੀ ਜੁਗਤ ਹੈ, ਜੀਵਨ ਦਾ ਢੰਗ ਹੈ। ਜਿਸ ਤੇ ਜੀਵਨ ਦੀ ਜੁਗਤ ਚੰਗੀ ਹੈ, ਜਿਸ ਦੀ ਸੋਚ ਚੰਗੀ ਹੈ, ਜਿਸ ਦੇ ਕਰਮ ਚੰਗੇ ਨੇ, ਜੋ ਮਨ ਬਚਨ ਕਰਮ ਕਰਕੇ ਸੱਚ ਦੇ ਨਾਲ ਜੁੜਿਆ, ਉਹ ਇਨਸਾਨ ਸੱਚਾ ਮਿੱਤਰ ਹੋ ਸਕਦਾ ਹੈ। ਇਸ ਦਾ ਮਤਲਬ ਸਾਡਾ ਸਭ ਤੋਂ ਚੰਗਾ ਜੋ ਮਨੁੱਖ ਦਾ ਮਿੱਤਰ ਹੈ, ਇਹਦੇ ਆਪਣੇ ਜੀਵਨ ਦੀ ਚੰਗੀ ਜੁਗਤ ਹੈ, ਇਹਦੇ ਜੀਵਨ ਦੇ ਚੰਗੇ ਕਰਮ ਨੇ। ਗੁਰਦੇਵ ਨੇ ਪਾਵਨ ਬਾਣੀ ਵਿੱਚ ਸਮਝਾਇਆ ਵੀ ਹੈ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਅਸਲੀ ਸੱਜਣ, ਅਸਲੀ ਮਿੱਤਰ ਮੇਰੇ ਕਰਮ ਨੇ। ਅਸਲੀ ਮਿੱਤਰ ਮੇਰਾ ਸੁਭਾਅ ਹੈ, ਮੇਰੀ ਬੋਲ ਚਾਲ ਹੈ, ਮੇਰੀ ਸੋਚਣੀ ਹੈ। ਕਿਉਂਕਿ ਮੈਂ ਜਿੱਥੇ ਵੀ ਜਾਵਾਂਗਾ ਮੇਰੇ ਗੁਣ ਔਗਣ ਸੁਭਾਅ ਮੇਰੇ ਨਾਲ ਜਾਏਗਾ। ਮੇਰੇ ਗੁਣ ਔਗਣ, ਮੇਰਾ ਸੁਭਾਅ, ਮੇਰਾ ਬੋਲ ਚਾਲ, ਮੇਰਾ ਵਿਹਾਰ ਹੀ ਆਮ ਲੋਕਾਂ ਨੂੰ ਮੇਰੇ ਮਿੱਤਰ ਜਾਂ ਦੁਸ਼ਮਣ ਬਣਾਏਗਾ। ਇਸ ਕਰਕੇ ਅਸਲੀ ਮਿੱਤਰ ਮਨੁੱਖ ਦੇ ਕਰਮ ਨੇ। ਜਦੋਂ ਮਨੁੱਖ ਚੰਗੇ ਕਰਮਾਂ ਵਾਲਾ ਕਿਤੇ ਵੀ ਜਾਂਦਾ ਨਾ, ਉਹਨੂੰ ਉੱਥੇ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਤੇ ਜਿਸ ਮਨੁੱਖ ਦੀ ਸੋਚ ਮਾੜੀ ਹੈ, ਜਿਸ ਮਨੁੱਖ ਦਾ ਬੋਲ ਮਾੜਾ ਹੈ, ਵਿਹਾਰ ਮਾੜਾ ਹੈ, ਉਹ ਜਿੱਥੇ ਵੀ ਜਾਏਗਾ ਉਹਨੂੰ ਨਿਰਾਦਰੀ ਦਾ ਮੂੰਹ ਵੇਖਣਾ ਪਵੇਗਾ, ਉਹਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਵੇਗਾ। ਇਸ ਲਈ ਗੁਰੂ ਜੀ ਕਹਿੰਦੇ ਹਨ, ਚੰਗੇ ਕਰਮ ਹੀ ਸਾਡੇ ਅਸਲੀ ਮਿੱਤਰ ਹਨ। ਹੁਣ ਅਗਲਾ ਬਚਨ ਕਰਦੇ ਨੇ, ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ। ਮਾਂ ਬਾਪ, ਘਰ ਵਾਲੀ ਯਾਨੀ ਪਤੀ ਪਤਨੀ ਦਾ ਸੰਬੰਧ, ਸੁਤ ਦਾ ਮਤਲਬ ਧੀਆਂ ਪੁੱਤਰ, ਬੰਧਪ ਦਾ ਮਤਲਬ ਰਿਸ਼ਤੇਦਾਰ, ਇਸ਼ਟ ਦਾ ਮਤਲਬ ਪਿਆਰੇ, ਮੀਤ ਦਾ ਮਤਲਬ ਮਿੱਤਰ। ਜਿਹੜੇ ਪਿਆਰੇ ਮਿੱਤਰ ਨੇ ਔਰ ਭਰਾ ਆਦਿਕ ਨੇ, ਯਾਨੀ ਮਾਂ ਬਾਪ, ਪਤੀ ਪਤਨੀ, ਧੀਆਂ ਪੁੱਤਰ, ਰਿਸ਼ਤੇਦਾਰ, ਪਿਆਰੇ ਮਿੱਤਰ, ਭੈਣ ਭਰਾ, ਇਹ ਸਾਰੇ ਕੀ ਨੇ? ਗੁਰੂ ਜੀ ਕਹਿੰਦੇ ਨੇ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨਾ ਸਹਾਈ। ਇਹ ਪੂਰਬਲੇ ਜਨਮ ਦੇ ਸੰਜੋਗੀ ਮਿਲੇ ਨੇ। ਪੂਰਬਲੇ ਦਾ ਮਤਲਬ ਜੋ ਪਾਸਟ ਬੀਤ ਗਿਆ, ਉਹਦੇ ਸੰਜੋਗਾਂ ਦੇ ਕਰਮ ਕਰਕੇ ਸਾਡਾ ਮਿਲਾਪ ਹੋਇਆ ਹੈ। ਦੇਖੋ, ਸੰਜੋਗ ਨੇ ਦੋ ਕਿਸਮ ਦੇ, ਇੱਕ ਸੰਜੋਗ ਔਰ ਇੱਕ ਵਿਜੋਗ, ਦੋ ਤਰ੍ਹਾਂ ਦੇ ਕਰਮ ਨੇ। ਸੰਜੋਗ ਦਾ ਮਤਲਬ ਉਹ ਕਰਮ ਜੋ ਸਾਡਾ ਆਪਸੀ ਮੇਲ ਮਿਲਾਪ ਕਰਾਉਂਦੇ ਨੇ, ਤੇ ਵਿਜੋਗ ਤੋਂ ਭਾਵ ਉਹ ਕਰਮ ਜੋ ਸਾਨੂੰ ਇੱਕ ਦੂਜੇ ਤੋਂ ਦੂਰ ਕਰਦੇ ਨੇ। ਜਦੋਂ ਅਸੀਂ ਇੱਕ ਦੂਜੇ ਨਾਲ ਪਿਆਰ ਭਰੇ ਬੋਲਾਂ ਨਾਲ ਬੋਲਦੇ ਹਾਂ, ਇੱਕ ਦੂਜੇ ਦੇ ਨਾਲ ਦੀ ਹੈਲਪ ਕਰਦੇ ਹਾਂ, ਇੱਕ ਦੂਜੇ ਦੇ ਸੁੱਖ ਦੁੱਖ ਦੇ ਸਾਥੀ ਹੁੰਦੇ ਹਾਂ, ਤਾਂ ਇਹ ਕਰਮ ਸਾਡੇ ਮਿਲਾਪ ਦਾ ਸਾਧਨ ਬਣ ਜਾਂਦੇ ਨੇ। ਜਦੋਂ ਅਸੀਂ ਕਿਸੇ ਨਾਲ ਮਾੜਾ ਬੋਲਦੇ ਹਾਂ, ਉਹਦਾ ਨੁਕਸਾਨ ਕਰਦੇ ਹਾਂ, ਜਾਂ ਸਾਡਾ ਵਿਹਾਰ ਠੀਕ ਨਹੀਂ ਹੁੰਦਾ, ਤਾਂ ਉਹ ਕਰਮ ਵਿਜੋਗ ਦਾ ਕਾਰਨ ਬਣ ਜਾਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ, ਪੂਰਬਲੇ ਕੀਤੇ ਸੰਜੋਗੀ ਕਰਮਾਂ ਕਰਕੇ, ਮਿਲਾਪ ਦੇ ਕਰਮਾਂ ਕਰਕੇ, ਜੋ ਪਿਛਲੇ ਸਮੇਂ ਦੇ ਅੰਦਰ ਅਸੀਂ ਕਰ ਆਏ ਹਾਂ ਇਸ ਜਨਮ ਦੇ ਅੰਦਰ, ਤਾਂ ਉਹਦੇ ਕਰਕੇ ਸਾਡਾ ਮਿਲਾਪ ਹੋਇਆ। ਪਰ ਅੰਤਹਿ ਕੋ ਨਾ ਸਹਾਈ। ਅੰਤਹਿ ਦਾ ਮਤਲਬ ਆਖਿਰ ਨੂੰ ਇਹਨਾਂ 'ਚੋਂ ਕੋਈ ਸਹਾਇਕ ਨਹੀਂ ਹੁੰਦਾ। ਹੁਣ ਇਹ ਦੋ ਚੀਜ਼ਾਂ ਨੇ,
ਇੱਕ ਤਾਂ ਹੈ ਸਰੀਰਕ ਮੌਤ ਤੋਂ, ਇਹਨਾਂ ਚੋਂ ਸਾਨੂੰ ਕੋਈ ਬਚਾ ਨਹੀਂ ਸਕਦਾ, ਔਰ ਨਾ ਹੀ ਅਸੀਂ ਕਿਸੇ ਨੂੰ ਸਰੀਰਕ ਮੌਤ ਤੋਂ ਬਚਾ ਸਕਦੇ ਹਾਂ। ਇੱਕ ਤਾਂ ਅੰਤ ਹੈ ਇਹ ਸਰੀਰ ਦਾ, ਦੂਜਾ ਅੰਤ ਹੈ ਜ਼ਮੀਰ ਦਾ ਮਰ ਜਾਣਾ। ਹੁਣ ਜਦੋਂ ਜ਼ਮੀਰ ਮਰਦੀ ਹੈ ਨਾ, ਤਾਂ ਉਦੋਂ ਸਾਨੂੰ ਪ੍ਰਭੂ ਦੇ ਗੁਣ ਬਚਾ ਸਕਦੇ ਨੇ, ਗੁਰੂ ਦਾ ਗਿਆਨ ਬਚਾ ਸਕਦਾ ਹੈ। ਉਦੋਂ ਆਮ ਬੰਦਾ ਨਹੀਂ। ਆਮ ਬੰਦੇ ਸਲਾਹ ਤੇ ਦਿੰਦੇ ਨੇ ਨਾ, ਲੇਕਿਨ ਜੇ ਅੰਦਰ ਸੰਸਕਾਰ ਪੱਕੇ ਨਹੀਂ, ਅੰਦਰ ਗੁਰੂ ਗਿਆਨ ਨਹੀਂ, ਅੰਦਰ ਸੁਭਾਅ ਨਹੀਂ, ਅੰਦਰ ਸੁਭਾਅ ਚੰਗਾ ਨਹੀਂ, ਅੰਦਰ ਸੱਚ ਨਹੀਂ, ਤਾਂ ਬੰਦਾ ਇਹਨਾਂ ਸੱਜਣਾ ਮਿੱਤਰਾਂ ਦੇ ਨਾਲੋਂ ਵੀ ਟੁੱਟ ਜਾਂਦਾ ਹੈ। ਕਿਵੇਂ ਟੁੱਟ ਜਾਂਦਾ ਹੈ, ਇਹ ਸਮਝਣ ਵਾਲੀ ਚੀਜ਼ ਹੈ। ਇਹਨਾਂ ਰਿਸ਼ਤਿਆਂ ਦੇ ਨਾਲ ਵੀ ਸਾਡਾ ਸੰਬੰਧ ਤਾਂ ਹੀ ਬਣਦਾ ਹੈ ਜੇ ਚੰਗੇ ਕਰਮ ਸਾਡੇ ਮਿੱਤਰ ਹੈ ਨੇ, ਨਹੀਂ ਤੇ ਕਿੰਨੇ ਸਾਰੇ ਸਾਡੇ ਰਿਸ਼ਤੇ ਨੇ ਭੈਣ ਭਰਾਵਾਂ ਦੇ ਟੁੱਟ ਗਏ ਨੇ। ਬੜੇ ਲੋਕ ਨੇ ਜੋ ਸੱਕੇ ਭੈਣ ਭਰਾ ਆਪਸ ਵਿੱਚ ਨਹੀਂ ਮਿਲਦੇ, ਬੜੇ ਪਤੀ ਪਤਨੀ ਨੇ ਜਿਨ੍ਹਾਂ ਦੀ ਆਪਸ ਤੇ ਤਲਾਕ ਹੋ ਗਈ ਹੈ, ਬੜੇ ਭਰਾ ਨੇ ਜੋ ਆਪਸ ਦੇ ਅੰਦਰ ਬੋਲਦੇ ਤੱਕ ਨਹੀਂ, ਕਤਲ ਤੱਕ ਹੋ ਗਏ ਨੇ, ਭਰਾਵਾਂ ਨੇ ਭਰਾਵਾਂ ਦੇ ਕੀਤੇ ਨੇ। ਬਹੁਤ ਸਾਰੇ ਐਸੇ ਮਾਂ-ਬਾਪ ਨੇ ਜਿਨ੍ਹਾਂ ਨੂੰ ਮਜਬੂਰਨ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇਣੇ ਪਏ ਨੇ ਕਿ ਮੇਰਾ ਅਮਕਾ ਪੁੱਤਰ ਮੇਰੇ ਕਹੇ ਤੋਂ ਬਾਹਰ ਹੈ। ਉਹਦੇ ਨਾਲ ਵਿਹਾਰ ਕਰਨ ਵਾਲਾ ਹਰ ਬੰਦਾ ਆਪਣਾ ਜ਼ਿੰਮੇਵਾਰ ਆਪ ਹੋਏਗਾ। ਮੈਂ ਉਸ ਨੂੰ ਚਲ ਔਰ ਅਚਲ ਸੰਪत्ति ਆਪਣੀ ਤੋਂ ਬੇਦਖਲ ਕਰਦਾ ਹਾਂ। ਰਿਸ਼ਤਾ ਤੇ ਹੈ ਪਰ ਟੁੱਟ ਗਿਆ ਨਾ। ਰੀਜਨ ਇਹ ਹੈ ਕਿ ਬੰਦੇ ਦੇ ਕਰਮ ਚੰਗੇ ਨਹੀਂ ਰਹਿਣਾ, ਸੁਭਾਅ ਚੰਗਾ ਨਹੀਂ ਰਿਹਾ, ਬੋਲ ਚਾਲ ਚੰਗੀ ਨਹੀਂ ਰਹੀ। ਇਸ ਲਈ ਸਾਡੇ ਕਰਮ, ਸਾਡਾ ਸੁਭਾਅ, ਸਾਡਾ ਬੋਲ ਚਾਲ, ਸਾਡਾ ਬਿਹੇਵੀਅਰ ਹੀ ਮਾਂ-ਬਾਪ ਦੇ ਨਾਲ ਪਿਆਰ ਬਣਾਏਗਾ, ਭੈਣ ਭਰਾਵਾਂ ਦੇ ਨਾਲ ਪਿਆਰ ਬਣਾਏਗਾ। ਜੇ ਸਾਡਾ ਬਿਹੇਵੀਅਰ ਚੰਗਾ ਨਹੀਂ ਹੈ, ਜੇ ਸਾਡਾ ਸੁਭਾਅ ਚੰਗਾ ਨਹੀਂ, ਬੋਲ ਚਾਲ ਚੰਗਾ ਨਹੀਂ, ਤਾਂ ਮਾਂ-ਬਾਪ, ਭੈਣ ਭਰਾ, ਪਤੀ ਪਤਨੀ ਦੀ ਵੀ ਆਪਸ ਵਿੱਚ ਨਹੀਂ ਬਣੇਗੀ। ਪਿਆਰੇ ਮਿੱਤਰਾਂ ਦੇ ਨਾਲ ਵੀ ਸੰਬੰਧ ਟੁੱਟ ਜਾਏਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਪਿਆਰਿਓ, ਇਸ ਦੁਨੀਆ ਦੇ ਅੰਦਰ ਸਭ ਤੋਂ ਜੋ ਚੰਗਾ ਮਿੱਤਰ ਹੈ ਨਾ ਤੁਹਾਡਾ, ਉਹ ਹੈ ਤੁਹਾਡਾ ਸੁਭਾਅ, ਉਹ ਹੈ ਤੁਹਾਡੀ ਸੋਚ, ਤੁਹਾਡੀ ਮੈਂਟੈਲਿਟੀ, ਤੁਹਾਡੀ ਮਾਨਸਿਕਤਾ। ਚੰਗੇ ਜੋ ਸ਼ੁਭ ਗੁਣ ਨੇ, ਯੂਨੀਵਰਸਲ ਟਰੁੱਥ ਹੈ, ਇਹ ਤੁਹਾਡਾ ਅਸਲੀ ਮਿੱਤਰ ਹੈ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਮੁਕਤ ਮਾਲ ਕਨਿਕ ਲਾਲ ਹੀਰਾ, ਮਨ ਰੰਜਨ ਕੀ ਮਾਇਆ। ਮੁਕਤ ਮਾਲ ਦਾ ਮਤਲਬ ਮੋਤੀਆਂ ਦੀ ਮਾਲਾ, ਕਨਿਕ ਦਾ ਮਤਲਬ ਸੋਨਾ, ਲਾਲ ਹੀਰਾ, ਮਨੋਰੰਜਨ ਕੀ ਮਾਇਆ ਦਾ ਮਤਲਬ ਮਨ ਨੂੰ ਖੁਸ਼ ਕਰਨ ਵਾਲੀ ਮਾਇਆ। ਇਹ ਸਾਰੇ ਪਦਾਰਥ ਕੀ ਨੇ? ਹੁਣ ਕਿਸੇ ਦੇ ਕੋਲ ਬਹੁਤ ਸਾਰੀ ਧਨ ਦੌਲਤ ਹੋਵੇ, ਮੋਤੀਆਂ ਦੀਆਂ ਮਾਲਾਵਾਂ ਹੋਣ, ਹੀਰੇ ਲਾਲ ਜਵਾਹਰਾਤ ਹੋਣ, ਸੋਨੇ ਦੇ ਢੇਰ ਲੱਗੇ ਹੋਣ, ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹੋਵੇ, ਧਨ ਦੌਲਤ ਦੀ ਕੋਈ ਕਮੀ ਨਾ ਹੋਵੇ, ਰੰਗ ਤਮਾਸ਼ੇ ਹੋਣ, ਪਰ ਜੇ ਉਸ ਮਨੁੱਖ ਦੇ ਅੰਦਰ ਗੁਣ ਨਹੀਂ, ਜੇ ਉਸ ਮਨੁੱਖ ਦਾ ਸੁਭਾਅ ਅਵੈੜਾ ਹੈ, ਜੇ ਉਸ ਮਨੁੱਖ ਦੇ ਸੁਭਾਅ ਵਿੱਚ ਕ੍ਰੋਧ ਹੈ, ਮਨੁੱਖ ਦੇ ਸੁਭਾਅ ਵਿੱਚ ਲਾਲਚ ਹੈ, ਮਨੁੱਖ ਦੇ ਸੁਭਾਅ ਦੇ ਅੰਦਰ ਮੋਹ ਹੈ, ਹੰਕਾਰ ਹੈ, ਜਾਂ ਉਹ ਆਚਰਨ ਦਾ ਚੰਗਾ ਨਹੀਂ, ਉਹਦੀ ਸੋਚ ਚੰਗੀ ਨਹੀਂ, ਤਾਂ ਫਿਰ ਕੀ ਹੋਏਗਾ? ਹਾ ਕਰਤ ਬਿਹਾਨੀ ਅਵਦਹਿ, ਤਾਂ ਮਹਿ ਸੰਤੋਖ ਨਾ ਪਾਇਆ। ਹਾ ਦਾ ਮਤਲਬ ਹਾਏ ਹਾਏ, ਬਿਹਾਨੀ ਦਾ ਮਤਲਬ ਬੀਤ ਗਈ, ਅਵਦਹਿ ਦਾ ਮਤਲਬ ਉਮਰ। ਤਾਂ ਇਸ ਧਨ ਪਦਾਰਥ ਦੇ ਅੰਦਰ ਵੀ ਬੰਦਾ ਸੰਤੋਖ ਨਹੀਂ ਪਾਉਂਦਾ, ਸੰਤੋਖੀ ਨਹੀਂ ਹੁੰਦਾ, ਖੁਸ਼ੀ ਨਹੀਂ ਮਿਲਦੀ, ਪ੍ਰਸੰਨਤਾ ਨਹੀਂ ਆਉਂਦੀ, ਜੀਵਨ ਵਿੱਚ ਚੜ੍ਹਦੀ ਕਲਾ ਦਾ ਆਨੰਦ ਨਹੀਂ ਮਾਣਦਾ, ਸਗੋਂ ਹਾਏ ਹਾਏ ਕਰਦਿਆਂ ਹੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ। ਔਰ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਦੇਖਦੇ ਹੋ ਕਿ ਕਿਤਨਾ ਸਾਰਾ ਧਨ ਦੌਲਤ ਹੈ, ਅਮੀਰੀ ਹੈ, ਘਰ ਮਕਾਨ ਬਹੁਤ ਵੱਡੇ ਨੇ, ਪਰ ਆਪਸ ਦੇ ਅੰਦਰ ਜੀਆਂ ਦੀ ਬਣਦੀ ਨਹੀਂ। ਬੱਚੇ ਦੂਰ ਹੋ ਗਏ ਨੇ, ਜਾਂ ਬੱਚਿਆਂ ਦੇ ਮਾੜੇ ਸੁਭਾਅ ਕਰਕੇ ਮਾਂ-ਬਾਪ ਦੂਰ ਚਲੇ ਗਏ ਨੇ, ਜਾਂ ਕੁਝ ਹੋਰ ਐਸਾ ਹੈ। ਸਾਰਾ ਕੁਛ ਹੈ, ਧਨ ਦੌਲਤ ਤੇ ਹੈ, ਗਰੀਬ ਬੰਦਾ ਤਾਂ ਦੁਖੀ ਹੈ ਕਿ ਉਹਦੇ ਕੋਲ ਮਕਾਨ ਨਹੀਂ, ਖਾਣ ਲਈ ਰੋਟੀ ਨਹੀਂ, ਪਾਉਣ ਲਈ ਕੱਪੜਾ ਨਹੀਂ, ਉਹ ਤਾਂ ਦੁਖੀ ਹੈ, ਮੰਨਿਆ ਜਾ ਸਕਦਾ ਹੈ। ਪਰ ਇੱਕ ਅਮੀਰ ਬੰਦਾ ਜਿਸ ਦੇ ਕੋਲ ਸਾਰਾ ਕੁਛ ਹੈ, ਜੇ ਉਹ ਵੀ ਦੁਖੀ ਹੈ, ਤਾਂ ਇਹਦਾ ਮਤਲਬ ਸੁੱਖ ਇਕੱਲੇ ਪੈਸੇ ਵਿੱਚ ਨਹੀਂ ਨਾ,
ਇਹਦਾ ਮਤਲਬ ਇਹ ਨਹੀਂ ਕਿ ਪੈਸਾ ਨਹੀਂ ਹੋਣਾ ਚਾਹੀਦਾ, ਹਰ ਇਨਸਾਨ ਕੋਲ ਹੋਣਾ ਚਾਹੀਦਾ ਹੈ। ਪੈਸਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦਾ ਹੈ, ਪੈਸੇ ਤੋਂ ਬਿਨਾਂ ਜ਼ਰੂਰਤ ਪੂਰੀ ਨਹੀਂ ਹੁੰਦੀ। ਇਹ ਇੱਕ ਅਟਲ ਸੱਚਾਈ ਹੈ। ਰੋਟੀ ਕੱਪੜਾ ਮਕਾਨ ਪੈਸੇ ਨਾਲ ਚੱਲਦਾ ਹੈ, ਪਰ ਖੁਸ਼ੀ ਜਿਹੜੀ ਹੈ ਉਹ ਸ਼ੁਭ ਗੁਣਾਂ ਦੇ ਨਾਲ ਆਏਗੀ। ਅਸਲੀ ਜੋ ਮਿੱਤਰ ਹੈ ਉਹ ਸ਼ੁਭ ਗੁਣ ਨੇ, ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਉੱਚਾ ਆਚਰਨ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਜੇਕਰ ਤੇਰੇ ਕੋਲ ਬਹੁਤ ਸਾਰੀਆਂ ਮੋਤੀਆਂ ਦੀਆਂ ਮਾਲਾਵਾਂ ਹੋਣ, ਭਾਵ ਤੂੰ ਅਮੀਰ ਹੋਵੇਂ, ਹੀਰੇ ਜਵਾਹਰਾਤ ਹੋਣ, ਸੋਨਾ ਚਾਂਦੀ ਤੇਰੇ ਕੋਲ ਹੋਵੇ ਔਰ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਹੋਵੇ, ਪਰ ਜੇ ਤੇਰੇ ਅੰਦਰ ਸ਼ੁਭ ਗੁਣ ਨਹੀਂ ਹਨ, ਜੇ ਸ਼ੁਭ ਗੁਣਾਂ ਨੂੰ ਤੂੰ ਆਪਣੇ ਮਿੱਤਰ ਨਹੀਂ ਬਣਾਇਆ, ਤਾਂ ਵੀ ਤੇਰੀ ਜ਼ਿੰਦਗੀ ਹਾਏ ਹਾਏ ਕਰਦਿਆਂ ਬੀਤੇਗੀ। ਤੇਰੇ ਜੀਵਨ ਦੇ ਅੰਦਰ ਖੁਸ਼ੀ ਔਰ ਸੰਤੋਖ ਨਹੀਂ ਆਏਗਾ। ਹੁਣ ਇਹ ਸੀ ਅਮੀਰੀ ਦੀ ਗੱਲ, ਪਰ ਇਸ ਤੋਂ ਉੱਤੇ ਬਾਦਸ਼ਾਹ ਨੇ, ਰਾਜਨੀਤਿਕ ਦੁਨੀਆ ਵਿੱਚ ਕੁਝ ਲੋਕ ਨੇ ਜਿਨ੍ਹਾਂ ਦਾ ਰਾਜ ਭਾਗ ਚੱਲਦਾ ਹੈ, ਉਹਨਾਂ ਬਾਰੇ ਕੀ ਖਿਆਲ ਹੈ? ਗੁਰੂ ਜੀ ਕਹਿੰਦੇ ਹਨ, ਹਸਤ ਰਥ ਅਸਵ ਪਵਨ ਤੇਜ ਧਣੀ ਭੂਮਨ ਚਤੁਰੰਗਾ। ਕਿਸੇ ਦੇ ਕੋਲ ਹਾਥੀ ਹੋਣ, ਰਥ ਹੋਵੇ, ਘੋੜੇ ਹੋਣ, ਹਵਾ ਦੀ ਤਰ੍ਹਾਂ ਤੇਜ਼ ਤੁਰਨ ਵਾਲੇ, ਜ਼ਮੀਨਾਂ ਦਾ ਮਾਲਕ ਹੋਵੇ, 4 ਕਿਸਮ ਦੀ ਉਹਦੇ ਕੋਲ ਫੌਜ ਹੋਵੇ, ਉਹਦੇ ਕੋਲ 4 ਕਿਸਮ ਦੀ ਫੌਜ ਹੋਵੇ, ਜਿਵੇਂ ਹਾਥੀਆਂ ਵਾਲੀ, ਰੱਥ ਵਾਲੀ, ਘੋੜਿਆਂ ਵਾਲੀ, ਪੈਦਲ ਵਾਲੀ, ਫੌਜਾਂ ਦਾ ਮਾਲਕ ਹੋਵੇ, ਧਨ ਦੌਲਤ ਹੋਵੇ, ਜ਼ਮੀਨਾਂ ਦਾ ਮਾਲਕ ਹੋਵੇ, ਬਾਦਸ਼ਾਹ ਹੋਵੇ। ਪਰ ਗੁਰਦੇਵ ਕਹਿੰਦੇ ਨੇ, ਸੰਗ ਨਾ ਚਾਲਿਓ ਇਨ ਮਹਿ ਕਛੁਐ, ਊਟ ਸਿਧਾਇਓ ਨਾਂਗਾ। ਇੱਕ ਤਾਂ ਦੁਨਿਆਵੀ ਗੱਲ ਹੈ, ਸਰੀਰਕ ਤੌਰ 'ਤੇ, ਕਿ ਜਦੋਂ ਮਨੁੱਖ ਇਸ ਦੁਨੀਆ ਤੋਂ ਤੁਰਦਾ ਹੈ, ਭਾਵ ਦੀ ਸਰੀਰਕ ਮੌਤ ਹੁੰਦੀ ਹੈ, ਤਾਂ ਇਹਦੇ ਨਾਲ ਤੇ ਕੁਛ ਵੀ ਨਹੀਂ ਜਾਣਾ, ਸਰੀਰ ਨੇ ਵੀ ਇੱਥੇ ਜਲ ਜਾਣਾ, ਸਮਾਪਤੀ ਹੋ ਗਈ। ਲੇਕਿਨ ਗੁਰਦੇਵ ਇਸ ਜੀਵਨ ਦੀ ਗੱਲ ਕਰ ਰਹੇ ਨੇ ਕਿ ਜੇ ਤੇਰੀ ਜ਼ਿੰਦਗੀ ਦੇ ਅੰਦਰ ਸ਼ੁਭ ਗੁਣ ਨਹੀਂ, ਸੰਤੋਖ ਨਹੀਂ, ਸੱਚਾਈ ਨਹੀਂ, ਦਇਆ ਨਹੀਂ, ਪ੍ਰੇਮ ਨਹੀਂ, ਨਿਰਭੈਤਾ ਨਹੀਂ, ਨਿਰਵੈਰਤਾ ਨਹੀਂ, ਤਾਂ ਫਿਰ ਤੇਰੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਮਿਲੇਗੀ। ਇਸ ਲਈ ਤੇਰੇ ਸੱਚੇ ਮਿੱਤਰ ਤੇਰੇ ਗੁਣ ਨੇ, ਤੇਰਾ ਸੁਭਾਅ ਹੈ ਤੇਰਾ ਸੱਚਾ ਮਿੱਤਰ। ਸੱਚਾ ਮਿੱਤਰ ਤੇਰੀ ਜੀਵਨ ਜੁਗਤ ਹੈ। ਜੇ ਕਿਸੇ ਬਾਦਸ਼ਾਹ ਦੀ ਜੀਵਨ ਜੁਗਤ ਚੰਗੀ ਹੋਏਗੀ, ਜੇ ਉਹਦੇ ਸੁਭਾਅ ਦੇ ਅੰਦਰ ਸ਼ੁਭ ਗੁਣ ਹੋਣਗੇ, ਤਾਂ ਇੱਕ ਤਾਂ ਉਹ ਆਪ ਖੁਸ਼ ਰਹੇਗਾ, ਸੁਖੀ ਰਹੇਗਾ, ਸ਼ਾਂਤ ਰਹੇਗਾ, ਤੇ ਫਿਰ ਐਸੇ ਬਾਦਸ਼ਾਹ ਦੀ ਜੋ ਪ੍ਰਜਾ ਹੈ ਨਾ, ਉਹ ਵੀ ਸੁਖੀ ਔਰ ਸ਼ਾਂਤ ਰਹੇਗੀ, ਕਿਉਂਕਿ ਉਹ ਚੰਗੇ ਕਾਨੂੰਨ ਬਣਾਏਗਾ। ਉਹ ਪ੍ਰਜਾ ਦੇ ਉੱਤੇ ਨਾਜਾਇਜ਼ ਟੈਕਸਾਂ ਦਾ ਬੋਝ ਨਹੀਂ ਪਾਏਗਾ। ਉਹਦੇ ਰਾਜ ਅੰਦਰ ਮਹਿੰਗਾਈ ਲੋਕਾਂ ਦਾ ਬੁਰਾ ਹਾਲ ਨਹੀਂ ਕਰੇਗੀ। ਉਹਦੇ ਰਾਜ ਅੰਦਰ ਚੋਰੀਆਂ ਔਰ ਰਿਸ਼ਵਤ ਆਦਿਕ ਨਹੀਂ ਹੋਏਗੀ। ਉਹਦੇ ਦੇਸ਼ ਦੇ ਅੰਦਰ ਝਗੜੇ ਝਾਂਜੇ ਨਹੀਂ ਹੋਣਗੇ, ਕਿਉਂਕਿ ਉਹਦੇ ਆਪਣੇ ਅੰਦਰ ਸ਼ੁਭ ਗੁਣ ਨੇ। ਇਸੇ ਲਈ ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਨਾ, ਤਖਤ ਰਾਜਾ ਸੋ ਬਹਿ ਜੇ ਤਖਤ ਲਾਇਕ ਹੋਈ। ਇਸ ਲਈ ਐਸੇ ਲੋਕਾਂ ਨੂੰ ਹੀ ਰਾਜ ਸਿੰਘਾਸਨ ਤੇ ਬਹਿਣਾ ਚਾਹੀਦਾ ਹੈ ਜੋ ਲਾਇਕ ਨੇ। ਤੇ ਜਦੋਂ ਰਾਜੇ ਦੇ ਸੁਭਾਅ ਦੇ ਅੰਦਰ ਸ਼ੁਭ ਗੁਣ ਹੋਣਗੇ, ਫਿਰ ਇਹ ਦੁਨੀਆ ਬੇਗਮ ਪੂਰਾ ਹੋ ਜਾਏਗੀ। ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ, ਜੇ ਰਾਜਨੀਤਿਕ ਲੋਕ ਚਾਹਣ, ਜੇ ਉਹਨਾਂ ਦੀ ਮਾਨਸਿਕਤਾ ਵਿੱਚ ਵਿਸ਼ਾਲਤਾ ਹੋਵੇ, ਉਹਨਾਂ ਦੇ ਅੰਦਰ ਸੱਚਾਈ ਹੋਵੇ, ਉਹ ਸਰਬ ਵਿਆਪਕਤਾ ਦੇ ਸਿਧਾਂਤ ਨੂੰ, ਇੱਕ ਓੰਕਾਰ ਦੇ ਸਿਧਾਂਤ ਨੂੰ ਸਮਝਦੇ ਹੋਣ, ਤਾਂ ਸੀਮਾਵਾਂ ਦੇ ਝਗੜੇ ਖਤਮ ਹੋ ਸਕਦੇ ਨੇ। ਸੀਮਾਵਾਂ ਦੇ ਝਗੜੇ ਪ੍ਰਜਾ ਕਰਕੇ ਨਹੀਂ ਹਨ, ਇਹ ਰਾਜਨੀਤਿਕਾਂ ਕਰਕੇ ਹੀ ਨੇ। ਇਹਨਾਂ ਦੇਸ਼ਾਂ ਨੂੰ ਖਤਮ ਕਰਕੇ ਸਟੇਟਾਂ ਦਾ ਦਰਜਾ ਦਿੱਤਾ ਜਾ ਸਕਦਾ ਹੈ, ਇਹ ਸੰਭਾਵਨਾ ਹੈ। ਬੇਸ਼ੱਕ ਕੰਮ ਔਖਾ ਹੋਵੇ, ਪਰ ਇੰਪੋਸੀਬਲ ਨਹੀਂ ਹੈ। ਔਰ ਇੱਕ ਸਾਂਝੀ ਰਾਜਧਾਨੀ ਹੋ ਸਕਦੀ ਹੈ ਪੂਰੀ ਦੁਨੀਆ ਦੀ, ਇਹ ਸੰਭਾਵਨਾ ਹੈ। ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਹੋ ਜਾਏ। ਕਰੰਸੀ ਇੱਕ ਹੋ ਸਕਦੀ ਹੈ। ਜੋ ਮਾਰੂ ਹਥਿਆਰਾਂ ਤੇ ਧਨ ਖਰਚ ਹੁੰਦਾ ਹੈ, ਉਹ ਮਨੁੱਖਤਾ ਦੇ ਉਤਥਾਨ ਤੇ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹੈ। ਜੇ ਧਾਰਮਿਕ ਲੋਕਾਂ ਦੇ ਅੰਦਰ ਵਿਸ਼ਾਲਤਾ ਹੋਵੇ ਨਾ, ਇੱਕ ਓੰਕਾਰ ਦੇ ਸਿਧਾਂਤ ਨੂੰ ਸਮਝਦੇ ਹੋਣ, ਤਾਂ ਏਕੋ ਧਰਮ
ਦ੍ਰਿੜ੍ਹ ਸੱਚ ਕੋਈ ਦਾ ਸਿਧਾਂਤ ਲਾਗੂ ਹੋ ਸਕਦਾ ਹੈ। ਇੱਕੋ ਹੀ ਧਰਮ ਹੈ ਸਚਿਆਰ ਹੋ ਜਾਣਾ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰਿਆਂ ਕਰਨਾ। ਜੇ ਲੋਕਾਂ ਦੀ ਮਾਨਸਿਕਤਾ ਦੇ ਅੰਦਰ ਸ਼ੁਭ ਗੁਣ ਆ ਜਾਣ, ਸ਼ੁਭ ਗੁਣਾਂ ਨੂੰ ਆਪਣੇ ਸੱਚੇ ਮਿੱਤਰ ਬਣਾ ਲੈਣ, ਤਾਂ ਇੱਕ ਭਾਈਚਾਰਕ ਸਮਾਜ ਪੈਦਾ ਹੋ ਸਕਦਾ ਹੈ, ਜਾਤੀਵਾਦ ਖਤਮ ਹੋ ਸਕਦਾ ਹੈ। ਜੇ ਆਰਥਿਕ ਦੁਨੀਆ ਦੇ ਅੰਦਰ ਲੋਕਾਂ ਦੇ ਅੰਦਰ ਇੱਕ ਓੰਕਾਰ ਦਾ ਖਿਆਲ ਆ ਜਾਏ, ਵਿਚਾਰ ਆ ਜਾਏ, ਇਹਦੇ ਤੇ ਅਮਲ ਕਰ ਲੈਣ, ਸ਼ੁਭ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਔਰ ਬੇਸ ਬਣਾ ਲੈਣ, ਤਾਂ ਦੁਨੀਆ ਦੇ ਹਰ ਇਨਸਾਨ ਦੀ ਰੋਟੀ ਕੱਪੜੇ ਮਕਾਨ ਦੀ ਜ਼ਰੂਰਤ ਪੂਰੀ ਹੋ ਸਕਦੀ ਹੈ। ਕਹਾਣੀ ਜੋ ਅਰਥਵੰਡ ਹੈ, ਇਸ ਨੂੰ ਬਰਾਬਰ ਕੀਤਾ ਜਾ ਸਕਦਾ ਹੈ, ਐਸੀ ਪੋਸੀਬਿਲਿਟੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ, ਆਤਮਿਕ ਜੀਵਨ ਦੇ ਅੰਦਰ ਇਹਨਾਂ ਦੇ ਵਿੱਚੋਂ ਕੁਛ ਵੀ ਨਾਲ ਨਹੀਂ ਤੁਰਦਾ। ਬੰਦਾ ਇਸ ਦੁਨੀਆ ਤੋਂ ਨੰਗਾ ਹੀ ਉੱਠ ਕੇ ਤੁਰ ਪੈਂਦਾ, ਬੇਪਤ ਹੋ ਕੇ ਤੁਰ ਪੈਂਦਾ। ਕਿਤਨੇ ਐਸੇ ਬਾਦਸ਼ਾਹ ਨੇ ਜਿਨ੍ਹਾਂ ਨੇ ਰਾਜ ਭਾਗ ਕੀਤਾ, ਲੇਕਿਨ ਅੱਜ ਉਹਨਾਂ ਨੂੰ ਲਾਹਨਤਾਂ ਪਾਈਆਂ ਜਾਂਦੀਆਂ ਨੇ। ਉਹਨਾਂ ਦਾ ਨਾਮ ਚੰਗੇ ਸ਼ਾਸਕਾਂ ਦੇ ਅੰਦਰ ਨਹੀਂ ਲਿਆ ਜਾਂਦਾ, ਉਹਨਾਂ ਨੂੰ ਜ਼ਾਲਮ ਕਰਕੇ ਕਿਹਾ ਜਾਂਦਾ, ਚਾਹੇ ਔਰੰਗਜ਼ੇਬ ਸੀ, ਚਾਹੇ ਹਿਟਲਰ ਸੀ, ਜਾਂ ਕੋਈ ਹੋਰ ਸੀ। ਕਿਉਂ? ਕਿ ਉਹਨਾਂ ਨੇ ਸ਼ੁਭ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਬੇਸ ਨਹੀਂ ਬਣਾਇਆ। ਇਸੇ ਨੂੰ ਕਹਿੰਦੇ ਨੇ ਇਸ ਦੁਨੀਆ ਤੋਂ ਨੰਗੇ ਉੱਠ ਕੇ ਤੁਰ ਪੈਣਾ, ਯਾਨੀ ਦੁੱਖਾਂ ਦੇ ਅੰਦਰ ਜ਼ਿੰਦਗੀ ਜੀਣੀ, ਨਮੋਸ਼ੀ ਭਰੀ ਜ਼ਿੰਦਗੀ ਜੀਣੀ, ਔਰ ਆਖਿਰ ਇਸੇ ਤਰ੍ਹਾਂ ਹੀ ਮੌਤ ਦੇ ਮੂੰਹ ਵਿੱਚ ਚਲੇ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ, ਕੋਈ ਵਿਰਲਾ ਸਮਝਦਾ ਹੈ ਇਸ ਦੁਨੀਆ ਵਿੱਚ ਕਿ ਮੇਰਾ ਸੱਚਾ ਮਿੱਤਰ ਕੌਣ ਹੈ। ਜਿਹਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ, ਉਹਦੀ ਰੀਤ ਨਿਰਮਲ ਹੋ ਜਾਂਦੀ ਹੈ, ਉਹਦੇ ਜੀਵਨ ਦਾ ਢੰਗ ਨਿਰਮਲ ਹੋ ਜਾਂਦਾ ਹੈ। ਭਾਵ ਉਹ ਨਿਰਮਲ ਰੀਤ ਨੂੰ, ਜੋ ਸਭ ਤੋਂ ਚੰਗਾ ਵੇ ਆਫ ਲਾਈਫ ਹੈ, ਸੱਚ ਨੂੰ ਆਧਾਰ ਬਣਾਉਂਦਾ ਹੈ, ਉਹ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਨੂੰ ਆਪਣੀ ਜ਼ਿੰਦਗੀ ਦਾ ਸੱਚਾ ਮਿੱਤਰ ਬਣਾ ਲੈਂਦਾ ਹੈ। ਹੁਣ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ? ਐਸੀ ਜੀਵਨ ਜੁਗਤ ਸਾਨੂੰ ਕਿਵੇਂ ਮਿਲੇ? ਤਾਂ ਗੁਰੂ ਜੀ ਕਹਿੰਦੇ ਨੇ, ਹਰ ਕੇ ਸੰਤ ਪ੍ਰੀਤਮ ਪ੍ਰਭ ਕੇ ਤਾਕੇ ਹਰ ਹਰ ਗਾਈਏ। ਜੋ ਪਰਮਾਤਮਾ ਦੇ ਪਿਆਰੇ ਨੇ, ਰੱਬ ਦੇ ਪਿਆਰੇ ਨੇ, ਜੋ ਸਰਬ ਵਿਆਪਕ ਪ੍ਰਭੂ ਨੂੰ ਇਸ ਦੁਨੀਆ ਵਿੱਚ ਵੇਖਦੇ ਨੇ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਜੋ ਰੱਬੀ ਗੁਣਾਂ ਦੇ ਨਾਲ ਪਿਆਰ ਕਰਦੇ ਨੇ, ਜੋ ਹਰ ਇਨਸਾਨ ਵਿੱਚ ਉਸ ਰੱਬ ਦੀ ਰੂਪ ਨੂੰ ਵੇਖ ਕੇ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਦੇ ਨੇ, ਜਿਨ੍ਹਾਂ ਨੇ ਆਪਣੀ ਸੋਚ ਦੇ ਅੰਦਰੋਂ ਰੱਬੀ ਗੁਣਾਂ ਨੂੰ ਪ੍ਰਗਟ ਕੀਤਾ ਹੈ, ਜਿਨ੍ਹਾਂ ਦੇ ਜੀਵਨ ਦੇ ਅੰਦਰ ਰੱਬੀ ਗੁਣਾਂ ਨੂੰ ਵਿਹਾਰ ਦੇ ਅੰਦਰ ਲਿਆਂਦਾ ਹੈ, ਉਹਨਾਂ ਦੇ ਨਾਲ ਮਿਲਣਾ ਚਾਹੀਦਾ, ਕਿਉਂਕਿ ਉਹ ਰੱਬ ਦੇ ਪਿਆਰੇ ਨੇ। ਉਹਨਾਂ ਦੇ ਨਾਲ ਮਿਲ ਕੇ ਰੱਬੀ ਗੁਣ ਗਾਣੇ ਚਾਹੀਦੇ ਨੇ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਕਿਉਂਕਿ ਐਸੇ ਪੁਰਸ਼ਾਂ ਦੀ ਸੰਗਤ ਕਰਨ ਦੇ ਨਾਲ ਸਾਡੇ ਜੀਵਨ ਦੇ ਅੰਦਰ ਵੀ ਉਤਸ਼ਾਹ ਪੈਦਾ ਹੋਏਗਾ ਕਿ ਜੇਕਰ ਇਹ ਇਨਸਾਨ ਚੰਗੀ ਜ਼ਿੰਦਗੀ ਜੀ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਜੀ ਸਕਦਾ। ਇਸ ਲਈ ਸਾਨੂੰ ਵੇਖਣਾ ਚਾਹੀਦਾ ਹੈ ਇਸ ਦੁਨੀਆ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਕੌਣ ਇਨਸਾਨ ਜ਼ਿੰਦਗੀ ਜੀ ਰਿਹਾ ਹੈ। ਸਾਨੂੰ ਵੀ ਉਸ ਟਾਈਪ ਦੀ ਜ਼ਿੰਦਗੀ ਜੀਣੀ ਚਾਹੀਦੀ ਹੈ। ਤੇ ਦੂਜੀ ਗੱਲ, ਜੇ ਸਾਨੂੰ ਕੋਈ ਇਹੋ ਜਿਹਾ ਮਿੱਤਰ ਨਹੀਂ ਮਿਲਦਾ ਤਾਂ ਸਾਨੂੰ ਖੁਦ ਐਸੇ ਬਣਨਾ ਚਾਹੀਦਾ ਹੈ। ਗੁਰਬਾਣੀ ਨੂੰ ਅਸੀਂ ਆਪ ਪੜ੍ਹੀਏ, ਗੁਰਬਾਣੀ ਦੀ ਵਿਚਾਰ ਅਸੀਂ ਆਪ ਕਰੀਏ, ਔਰ ਗੁਰਬਾਣੀ ਮੁਤਾਬਕ ਅਸੀਂ ਜ਼ਿੰਦਗੀ ਜੀਵੀਏ, ਜਿਸ ਕਰਕੇ ਕਿਸੇ ਹੋਰ ਨੂੰ ਜਿਹੜਾ ਹੈ ਚੰਗਾ ਮਿੱਤਰ ਮਿਲ ਸਕੇ, ਅਸੀਂ ਖੁਦ ਚੰਗੇ ਇਨਸਾਨ ਬਣ ਸਕੀਏ। ਅਸੀਂ ਚੰਗੇ ਗੁਣਾਂ ਨੂੰ ਆਪਣੇ ਮਿੱਤਰ ਬਣਾਉਣਾ ਹੈ, ਚੰਗੀ ਜੀਵਨ ਜੁਗਤ ਨੂੰ ਆਪਣੇ ਮਿੱਤਰ ਬਣਾਉਣਾ ਹੈ, ਗੁਰੂ ਦੇ ਸਿਧਾਂਤਾਂ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਆਪਣੇ ਮਿੱਤਰ ਬਣਾਉਣਾ ਹੈ। ਤਾਂ ਸਤਸੰਗ ਦੇ ਵਿੱਚ ਆ ਕੇ, ਮਿਲ ਕੇ, ਬੈਠ ਕੇ ਰੱਬੀ ਗੁਣ ਗਾਣੇ, ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਜਿਸ ਕਰਕੇ ਸਾਡੇ ਜੀਵਨ ਦਾ ਵਿਕਾਸ ਹੋ ਸਕਦਾ ਹੈ। ਇਹਦੇ ਨਾਲ ਕੀ ਹੋਏਗਾ? ਜੇ ਅਸੀਂ ਰੱਬੀ ਗੁਣਾਂ ਨੂੰ ਮਿੱਤਰ ਬਣਾਉਂਦੇ ਹਾਂ, ਗੁਰਬਾਣੀ ਪੜ੍ਹ ਕੇ, ਵਿਚਾਰ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਸ਼ੁਭ ਗੁਣਾਂ ਨੂੰ ਆਪਣੇ ਮਿੱਤਰ ਬਣਾਉਂਦੇ ਹਾਂ, ਤਾਂ ਕੀ ਹੋਏਗਾ? ਗੁਰੂ ਪਾਤਸ਼ਾਹ ਸਾਨੂੰ ਦੱਸਦੇ ਨੇ, ਨਾਨਕ ਇਹਾਂ ਸੁਖ ਆਗੇ ਮੁਖ ਉਜਲ। ਇੱਥੇ ਤੁਹਾਨੂੰ ਸੁਖ ਮਿਲੇਗਾ। ਇਹਾਂ ਦਾ ਮਤਲਬ ਵਰਤਮਾਨ ਵਿੱਚ ਜੋ ਸਮਾਂ ਚੱਲ ਰਿਹਾ ਹੈ, ਜਿਹੜੀ ਜ਼ਿੰਦਗੀ ਜੀ ਰਹੇ ਹਾਂ, ਇਸ ਜੀਵਨ ਦੇ ਅੰਦਰ ਸੁਖ ਮਿਲੇਗਾ।
ਆਗੇ ਸੁਖ ਪਾਈਏ ਦਾ ਮਤਲਬ ਆਉਣ ਵਾਲਾ ਜੋ ਸਮਾਂ ਹੈ, ਭਵਿੱਖ ਹੈ, ਭਵਿੱਖ ਦੇ ਅੰਦਰ ਵੀ ਸੁਖ ਮਿਲੇਗਾ। ਤੁਹਾਡਾ ਭਵਿੱਖ ਵੀ ਉਜਲਾ ਹੋਏਗਾ, ਤੁਹਾਡਾ ਵਰਤਮਾਨ ਵੀ ਉਜਲਾ ਹੋ ਜਾਏਗਾ। ਯਾਨੀ ਹਰ ਸਮੇਂ ਸੁਖ ਔਰ ਆਨੰਦ ਬਣਿਆ ਰਹੇਗਾ ਜੇ ਅਸੀਂ ਮਾਲਕ ਦੇ ਗੁਣ ਗਾਉਂਦੇ ਹਾਂ, ਜੇ ਇਹਨਾਂ ਸ਼ੁਭ ਗੁਣਾਂ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਹਾਂ, ਫਿਰ ਸਾਡਾ ਅੱਜ ਵੀ ਸੁਖੀ ਔਰ ਸਾਡਾ ਕੱਲ੍ਹ ਵੀ ਸੁਖੀ ਬੀਤੇਗਾ। ਤੇ ਜੇ ਸਾਡੇ ਜੀਵਨ ਦੇ ਅੰਦਰ ਵਿਕਾਰ ਪਾਪ ਨੇ ਤਾਂ ਅਸੀਂ ਅੱਜ ਵੀ ਦੁਖੀ ਔਰ ਅਸੀਂ ਕੱਲ੍ਹ ਵੀ ਦੁਖੀ ਰਹਾਂਗੇ। ਇਸ ਲਈ ਗੁਰਦੇਵ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਕਿ ਪਿਆਰਿਓ, ਰੱਬੀ ਪਿਆਰਿਆਂ ਦੇ ਨਾਲ ਮਿਲ ਕੇ ਰੱਬੀ ਗੁਣ ਗਾਣੇ ਚਾਹੀਦੇ ਨੇ, ਰੱਬੀ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ। ਇਹਦੇ ਨਾਲ ਸਾਡਾ ਵਰਤਮਾਨ ਵੀ ਔਰ ਜੋ ਭਵਿੱਖ ਵੀ ਹੈ ਉਹ ਉਜਵਲ ਹੋ ਜਾਂਦਾ ਹੈ। ਸਾਡੇ ਵਰਤਮਾਨ ਔਰ ਸਾਡੇ ਭਵਿੱਖ ਦੇ ਅੰਦਰ ਸਾਡੀ ਜ਼ਿੰਦਗੀ ਵਿੱਚ ਹਰ ਵਕਤ ਸੁੱਖ ਬਣਿਆ ਰਹਿੰਦਾ ਹੈ। ਸੰਗ ਸੰਤਨ ਕੇ ਪਾਈਏ, ਪਰ ਇਹ ਜਿਹੜੇ ਗੁਣ ਨੇ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਆਣ ਕੇ ਮਿਲਣਗੇ, ਗੁਰੂ ਦੀ ਸੰਗਤ ਵਿੱਚ। ਇਸ ਲਈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਇਸ ਲਈ ਸਾਨੂੰ ਗੁਰੂ ਦੀ ਸੰਗਤ ਵਿੱਚ ਮਿਲਣਾ ਚਾਹੀਦਾ ਹੈ, ਭਾਵ ਗੁਰੂ ਅੱਗੇ ਨਤਮਸਤਕ ਹੋਣਾ ਚਾਹੀਦਾ ਹੈ। ਗੁਰਬਾਣੀ ਅਨੁਸਾਰ ਸਾਨੂੰ ਆਪਣੀ ਸੋਚ ਬਣਾਉਣੀ ਚਾਹੀਦੀ ਹੈ, ਗੁਰਬਾਣੀ ਅਨੁਸਾਰ ਸਾਨੂੰ ਜ਼ਿੰਦਗੀ ਜੀਣੀ ਚਾਹੀਦੀ ਹੈ, ਜਿਸ ਕਰਕੇ ਸਾਡਾ ਆਪਣਾ ਜੀਵਨ, ਸਾਡਾ ਪਰਿਵਾਰਕ ਜੀਵਨ ਔਰ ਸਾਡਾ ਸਮਾਜਿਕ ਜੀਵਨ ਜੋ ਹੈ ਸਵਰਗ ਹੋ ਸਕੇ। ਆਪ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕੀਤਾ। ਸਮੂਹ ਸੰਗਤਾਂ ਦਾ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।